हर्षप्रीत है और मैं लीड कर रहा हूँ ग्रे शेड्स को। ग्रे शेड्स ऑर्गेनाइजेशन है जो सीनियर सिटीज़न के साथ चंडीगढ़ में यहाँ पे हम काम कर रहे हैं। हमारे जो सीनियर हैं वो चंडीगढ़ ट्राई सिटी से हैं। पर्पस हमारा ऑर्गेनाइजेशन का ये है कि रिटायरमेंट के बाद आप एक नई शुरुआत करिए, जहाँ पे जो भी इच्छाएं आपकी रह गई हैं या पूरी करना चाहते हैं उसको आप हमारे साथ फुलफ़िल कर सकते हैं। 6 मंथ का हम एक प्रोग्राम चलाते हैं जिसका नाम ग्रे शेड्स फेलोशिप है। 3 बैचेस हम कंडक्ट ऑलरेडी कर चुके हैं एंड 4th बैच का स्टार्ट जो है वो 15 मई से हम शुरू कर रहे हैं। सो ये प्रोग्राम 100 ਦਿਨਾਂ ਦਾ ਹੈ ਜਿਹੜਾ 6 ਮਹੀਨੇ ਦੇ 6 ਮਹੀਨੇ ਦੇ ਟਾਈਮ ਦੇ ਉੱਪਰ ਵੰਡਿਆ ਹੋਇਆ। 4 ਟਰਮਸ 'ਚ ਹੈ ਡਿਫਰੈਂਟ ਐਕਟੀਵਿਟੀਜ਼ ਕਿ ਜਿੱਥੇ ਸੀਨੀਅਰ ਜੋ ਆਪਣੀ ਕ੍ਰੀਏਟੀਵਿਟੀ ਨੂੰ ਬਾਹਰ ਲੈ ਕੇ ਆਉਣ। ਔਰ ਇਹ ਕ੍ਰੀਏਟੀਵਿਟੀ ਡਾਇਨਾਮਿਕ ਐਕਟੀਵਿਟੀਜ਼ 'ਚ ਇੱਕ ਇਹ ਚੀਜ਼ ਹੁੰਦੀ ਕਿ ਉਹ ਆਪਣੀ એનર્ਜੀ ਨੂੰ ਰਾਦਰ ਇੱਕ ਤਾਂ ਹੋਰ ਵਧਾਉਂਦੇ ਨੇ ਔਰ ਦੂਸਰਾ ਮੈਂਟਲੀ ਆਕਿਊਪਾਈਡ ਰਹਿ ਕੇ ਫਿਜ਼ੀਕਲੀ ਆਕਿਊਪਾਈਡ ਰਹਿ ਕੇ ਆਪਣੀ ਹੈਲਥ ਨੂੰ ਬੈਟਰ ਕਰਦੇ ਨੇ। ਇਹਦੇ ਨਾਲ ਉਹ ਸੋਸ਼ਲੀ ਤੇ ਇਮੋਸ਼ਨਲੀ ਜਿਹੜੀਆਂ ਮੇਨ ਲੋੜਾਂ ਨੇ ਅੱਜ ਦੇ ਟਾਈਮ ਤੇ ਸੀਨੀਅਰਸ ਦੀਆਂ, ਕਿਉਂਕਿ ਜ਼ਿਆਦਾਤਰ ਇਕੱਲੇ ਰਹਿਣ ਕਰਕੇ ਉਹ ਸੋਸ਼ਲੀ ਇਮੋਸ਼ਨਲੀ ਆਪਣੇ ਆਪ ਨੂੰ ਇੰਡੀਪੈਂਡੈਂਟ ਬਣਾਉਂਦੇ ਨੇ। ਸੋ ਡਿਫਰੈਂਟ ਮੈਥਡੋਲੋਜੀਜ਼ ਲਾਈਕ ਆਰਟ ਥੈਰੇਪੀ, ਰਾਈਟਿੰਗ ਥੈਰੇਪੀ, ਡਾਂਸ ਮੂਵਮੈਂਟ ਥੈਰੇਪੀ ਤੋਂ ਇੱਦਾਂ ਦੇ ਪ੍ਰੋਗਰਾਮ ਨੇ ਜੋ ਅਸੀਂ ਐਕਸਪਰਟਸ ਦੁਆਰਾ ਇੱਥੇ ਆਪਣੇ ਸੈਂਟਰ ਤੇ ਕਰਵਾਉਂਦੇ ਹਾਂ। ਸਾਡੇ ਰਾਦਰ ਐਕਸਪਰਟ ਜਿਹੜੇ ਟਾਟਾ ਇੰਸਟੀਟਿਊਟ ਤੋਂ ਗ੍ਰੈਜੂਏਟ ਔਰ ਕਈ ਦਿੱਲੀ ਤੋਂ ਆ ਕੇ ਇੱਥੇ ਪ੍ਰੋਗਰਾਮ ਪ੍ਰੋਫੈਸ਼ਨਲੀ ਅਸੀਂ ਡਿਲੀਵਰ ਕਰਦੇ ਹਾਂ। ਪੁਰਾਣੇ ਬੈਚ 'ਚ ਸਾਡੇ ਨਾਲ 9 ਲੇਡੀਜ਼ ਔਰ 8 ਜੈਂਟਸ 15 ਜਣਿਆਂ ਦਾ ਗਰੁੱਪ ਸੀਗਾ। 3 ਬੈਚਸ ਅਸੀਂ ਕਰ ਚੁੱਕੇ ਹਾਂ। ਇਹ 4th ਬੈਚ ਜਿਹੜਾ 15 ਮਈ ਨੂੰ ਸ਼ੁਰੂ ਕਰਨ ਜਾ ਰਿਹਾ। ਸੋ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗ੍ਰੈਜੂਏਟ ਹਾਂ ਸੋਸ਼ਲ ਸਾਇੰਸਿਸ 'ਚ, ਤੇ ਐਜ਼ ਅ ਪਾਰਟ ਆਫ ਸਟੱਡੀ ਅਸੀਂ ਸੋਸ਼ਲ ਸਾਇੰਸਿਸ ਦੀ ਪੜ੍ਹਾਈ ਕਰਦੇ ਬਹੁਤ ਸਾਰੀਆਂ NGOs ਦੇ ਨਾਲ ਜਾ ਕੇ ਮਿਲਿਆ ਤੇ ਵਿਚਰਿਆ ਕਰਦੇ ਸੀਗੇ। ਉਹਨਾਂ 'ਚੋਂ ਮੇਰਾ ਐਕਸਪੀਰੀਅੰਸ ਸਭ ਤੋਂ ਜ਼ਿਆਦਾ ਜਿਹੜਾ ਰਿਹਾ ਉਹ ਪਿੰਗਲਵਾੜਾ ਦੇ ਨਾਲ ਰਿਹਾ। ਔਰ ਪਿੰਗਲਵਾੜਾ 'ਚ ਵੀ ਜਿਵੇਂ ਡਿਫਰੈਂਟ ਚੀਜ਼ਾਂ, ਕਿਉਂਕਿ ਬੱਚਿਆਂ ਦੇ ਲਈ ਬਹੁਤ ਕੰਮ ਹੋ ਰਿਹਾ। ਮੈਨੂੰ ਇਹ ਲੱਗਿਆ ਕਿ ਸੀਨੀਅਰ ਸਿਟੀਜ਼ਨ ਦਾ ਜਿਹੜਾ ਏਰੀਆ ਹੈਗਾ ਉਹ ਬੜਾ ਇਗਨੋਰਡ ਹੈਗਾ। ਰਿਟਾਇਰਮੈਂਟ ਤੋਂ ਬਾਅਦ ਕੋਈ ਉਹਨਾਂ ਲਈ ਧਿਆਨ ਨਹੀਂ ਦੇ ਰਿਹਾ, ਜਾਂ ਤਾਂ ਜੇ ਦੇ ਰਿਹਾ ਸੀਨੀਅਰ ਸਿਟੀਜ਼ਨ ਤੇ ਉਹ ਬਹੁਤ ਹੀ ਅੰਡਰ ਪ੍ਰਿਵਿਲੇਜ ਜਿਹੜੇ ਸੀਨੀਅਰ ਸਿਟੀਜ਼ਨ ਨੇ, ਰੋਟੀ ਕੱਪੜਾ ਮਕਾਨ ਦੀ ਲਈ ਜਿਹੜੇ ਸਟਰਗਲ ਕਰ ਰਹੇ ਨੇ ਉਹਨਾਂ ਉੱਤੇ ਦਿੰਦਾ ਵੀ ਜਿਵੇਂ ਸਰਦੀਆਂ 'ਚ ਕੰਬਲ ਵੰਡ ਲਏ ਜਾਂ ਹੋਰ ਕੰਮ ਕਰ ਲਿਆ। ਬਟ ਜਿਹੜਾ ਸੀਨੀਅਰ ਸਿਟੀਜ਼ਨ ਜਿਵੇਂ ਮੇਰੇ ਪੇਰੈਂਟਸ ਜਦੋਂ ਰਿਟਾਇਰ ਹੋ ਜਾਂਦੇ ਜਾਂ ਤੁਹਾਡੇ ਪੇਰੈਂਟਸ ਮਿਡਲ ਕਲਾਸ ਫੈਮਿਲੀ, ਉਹ ਅੰਦਰ ਹੀ ਅੰਦਰ ਘੁੱਟਦੇ ਨੇ। ਸੋ ਕਿਤੇ ਨਾ ਕਿਤੇ ਰਿਟਾਇਰਮੈਂਟ ਤੋਂ ਬਾਅਦ ਨਵਾਂ ਚੈਪਟਰ ਸ਼ੁਰੂ ਕਰਨ ਦੇ ਲਈ ਉਹਨਾਂ ਨੂੰ ਜਿਹੜੀ ਅਸਿਸਟੈਂਸ ਚਾਹੀਦੀ ਸੀਗੀ ਉਹ ਮੈਂ ਰਿਅਲਾਈਜ਼ ਕਰ ਸਕਿਆ ਕਿ ਇਹਨਾਂ ਦੀਆਂ ਜਿਹੜੀਆਂ ਇਮੋਸ਼ਨਲ ਨੀਡਸ ਮੈਂ ਓਲਡ ਏਜ ਹੋਮ 'ਚ ਰਹਿੰਦੇ ਲੋਕਾਂ ਦੀਆਂ ਦੇਖੀਆਂ, ਉਹ ਕਿਤੇ ਨਾ ਕਿਤੇ ਉੱਥੇ ਇਵੈਂਚੁਅਲੀ ਪਹੁੰਚ ਜਾਂਦੇ। ਮੈਂ ਕਹਿੰਦਾ ਵੀ ਜੇ ਉਹ ਘਰਾਂ 'ਚ ਨੇ ਉੱਥੇ ਹੀ ਉਹਨਾਂ ਦੀਆਂ ਇਮੋਸ਼ਨਲ ਨੀਡਸ ਫੁੱਲਫਿਲ ਹੋ ਜਾਣ ਤਾਂ ਸਾਨੂੰ ਓਲਡ ਏਜ ਹੋਮ ਵਰਗੀ ਜਗ੍ਹਾ ਵੀ ਨਹੀਂ ਚਾਹੀਦੀ ਹੋਊਗੀ। ਸੋ ਤੁਸੀਂ ਨੰਬਰ ਐਡ ਕਰ ਸਕਦੇ ਹੋ। ਸਾਡਾ ਆਰਗੇਨਾਈਜੇਸ਼ਨ ਦਾ ਆਫੀਸ਼ੀਅਲ ਨੰਬਰ ਆ ਜਿਹਦੇ ਤੇ ਕੋਈ ਵੀ ਸੀਨੀਅਰ ਸਿਟੀਜ਼ਨ ਸਾਨੂੰ WhatsApp ਕਰ ਸਕਦਾ। ਉਹ ਜਦੋਂ WhatsApp ਆਊਗਾ ਸਾਡੀ ਟੀਮ ਉਹਨਾਂ ਨਾਲ ਗੱਲ ਕਰ ਲੈਂਦੀ ਹੈ। ਹਾਂਜੀ, ਇਸ ਪ੍ਰੋਗਰਾਮ ਦੀ ਕਾਸਟ ਆ ਜੀ 8500 ਜਾਂ 8 to 15% ਆਫ ਦਾ ਇੰਡੀਵਿਜੂਅਲ। ਕੰਸੈਸ਼ਨ ਅਵੇਲੇਬਲ ਨੇ, ਜਿਵੇਂ ਸਕੂਲਾਂ 'ਚ ਹੁੰਦਾ ਕਿ ਇੱਕ ਫੀਸ ਰੱਖੀ ਹੋਈ ਆ, ਉਹਦੇ ਤੋਂ ਬਾਅਦ ਜਿਹੜੇ ਵੀ ਸੀਨੀਅਰ ਉਨੀ ਫੀਸ ਨਹੀਂ ਦੇ ਸਕਦੇ ਉਹ ਕੰਸੈਸ਼ਨ ਦੇ ਲਈ ਅਪਲਾਈ ਕਰ ਸਕਦੇ ਨੇ। ਉਹ ਅਸੀਂ ਉਹਨਾਂ ਦੇ ਪ੍ਰੋਫਾਈਲ ਗੋ ਥਰੂ ਕਰਕੇ ਉਹਨਾਂ ਨੂੰ ਡਿਫਰੈਂਟ ਕੰਸੈਸ਼ਨ, ਕਿਉਂਕਿ ਅਸੀਂ ਚਾਹੁੰਦੇ ਅਸੀਂ ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਆ। ਕਾਸਟ ਆਫ ਦਾ ਫੀਸ ਜਿਹੜੀ ਪ੍ਰੋਗਰਾਮ ਦੀ ਫੀਸ ਆ ਉਹ ਖਰਚੇ ਪੂਰੇ ਕਰਨ ਦੇ ਲਈ ਹੈ। ਬਟ ਜਿਨ੍ਹਾਂ ਦੇ ਰਿਸੋਰਸਿਸ ਨਹੀਂ ਹੈਗੇ, ਜਿਹੜੇ ਫੀਸ ਨਹੀਂ ਪੇ ਕਰ ਸਕਦੇ, ਉਹਨਾਂ ਦੇ ਲਈ ਵੀ ਸਾਡੇ ਕੋਲ ਜਗ੍ਹਾ ਹੁੰਦੀ ਹੈ ਹਮੇਸ਼ਾ। ਆਉਣਾ ਜਾਣਾ ਹੈ ਜੀ। ਇਹ 2 ਘੰਟੇ ਦੇ ਲਈ ਸੈਸ਼ਨ ਹੁੰਦਾ ਸਾਡਾ ਮੰਡੇ, ਟਿਊਜ਼ਡੇ, ਥਰਸਡੇ, ਫਰਾਈਡੇ, ਜਿੱਥੇ ਸੀਨੀਅਰ ਸਾਡੇ ਸੈਂਟਰ ਸੈਕਟਰ 18 'ਚ ਜਿਹੜਾ ਸਾਡਾ ਸੈਂਟਰ ਆ ਉੱਥੇ ਜਿਹੜੇ ਪ੍ਰੋਗਰਾਮ ਦਾ ਪਾਰਟ ਬਣਦੇ ਨੇ ਉਹ ਰੈਗੂਲਰ ਕਲਾਸਿਸ ਅਟੈਂਡ ਕਰਦੇ ਨੇ। मैं हाउस वाइफ हूँ और ऐसी हाउस वाइफ जो बहुत शाय, इंट्रोवर्ट, किसी से मिलने से हिचकिचाना, कहीं बाहर नहीं जाना, बस जाना है तो अपने हस्बैंड के साथ जाना और कहीं नहीं जाना, तो इस तरह की थी। लेकिन जबकि मैं BSc ग्रेजुएशन किया हुआ, MA पास, म्यूज़िक में मैंने ग्रेजुएशन किया हुआ है और दिल्ली गवर्नमेंट ने मेरे को बेस्ट
फैशन डिज़ाइनर से अवार्ड दिया हुआ है। लेकिन मैं घर से बाहर नहीं निकलती थी क्योंकि मेरे ऊपर काफ़ी रिस्पॉन्सिबिलिटी थी, पहले ससुराल की और वो भी काफ़ी बड़ी थी, और उसके बाद बच्चों की, और लास्ट में जाके कुछ समय पहले ही मेरे पास ऐसी रिस्पॉन्सिबिलिटीज़ आई जो कहना चाहिए कि मेरे लिए नहीं थी, लेकिन आज मैं उनको अभी तक पूरा कर रही हूँ। और इस तरह रिस्पॉन्सिबिलिटी करते करते मेरे को लगा मेरी लाइफ अब जैसी चल रही है वैसे चलने दो। लेकिन इन्हीं दिनों में थोड़े दिन पहले, 1 साल पहले, मेरे हस्बैंड को कंपनी की तरफ से कुछ इश्यूज़ के कारण काफ़ी प्रॉब्लम्स आई और वो साइकोलॉजिकल काफ़ी प्रॉब्लम में थे और हेल्थ काफ़ी उनकी प्रॉब्लम में आ गई। और मेरी बेटी इंद्रप्रीत जी को जानती थी, तो उन्होंने अपने पापा को इंद्रप्रीत के लिए रिकमेंड किया कि आप पापा इंद्रप्रीत के पास जाइए। तो जब उसने बोला कि मम्मी छोटे से ही एज है, यंग है, तो मैंने कहा कोई डॉक्टर है क्या? कहती नहीं डॉक्टर तो नहीं है। मैंने बोला फिर क्या फ़ायदा जाने का। लेकिन हम लोगों ने कोशिश की और मेरे हस्बैंड उनके पास काफ़ी विजिट उन्होंने की, और मैं इतनी आश्चर्य में थी कि इतनी छोटी एज में एक बंदा अपना सिंसियर टाइम, कहना चाहिए कि अपना टाइम निकाल के और इस तरह इनको ट्रीट कर रहा था और काउंसलिंग की कि इनकी हेल्थ में काफ़ी इम्प्रूव आया। और उसके थोड़े दिन बाद ही 3rd बैच चालू होने वाला था, तो इंद्रप्रीत ने कहा कि मैं मतलब मेरे से भी मिलना चाहते हैं, वो मीटिंग करना चाहते हैं। मैं मीटिंग उनसे करी, अपने हस्बैंड के साथ ही करी, और उन्होंने बोला कि आप भी ज्वाइन करिए। घर आके मैंने उनको बोला कि मैंने क्या करना है ज्वाइन करके, आप करिए। तो इस बारे में उन्होंने मेरे को गुस्सा किया और कहा कि तू मेरे लिए ज्वाइन कर ले, और ये जो सारा दिन किचन में और घर के अलावा तेरे को कुछ दिखता ही नहीं है, तो तुम बाहर निकलेगी, 2 घंटे मेरे साथ टाइम स्पेंड करेगी। तो फिर मैंने उनकी सेहत और उनके साथ रहने के हिसाब से मैंने उनको हाँ कर दी और मैंने ग्रे शेड ज्वाइन किया। थैंक यू ग्रे शेड। इट वॉज कहना चाहिए कि इतना रिमार्केबल पाथ ब्रेकिंग है कि इसमें मैंने इतनी सारी चीज़ें देखी और सीखी। आर्ट, योगा, मेंटल फिजिकल एक्सरसाइजेज, ग्रुप ग्रुप की एक्टिविटीज साथ में की, इतने सारे मेरे को फेलोज मिले, डिजिटल एक्सप्लोजर मिला हम लोगों को, ये सब मेरे को वहाँ मिला। और उसके अलावा जब ये प्रोग्राम ख़त्म होने वाला था तब मेरे को बड़ा अजीब सा फील हो रहा था कि अब हम लोग क्या करेंगे। मैं सब कुछ भूल के 2 घंटे, मेरे को समझ में नहीं आता था मैं कौन सी दुनिया में चली जाती थी और सबके साथ बहुत इंजॉय करती थी। और दाल रोटी जैसे भूल ही गई थी घर की कि क्या बनाना है क्या नहीं, तो दिन रात ही था, अभी ये करना अभी ये करना। इसके बाद फिर अभी इन्होंने हमको टारगेट दिया, उसके बाद टारगेट दिया और 10 दिन हम लोगों ने बाहर सोशल वर्क करना था। उसमें फिर मैंने काफ़ी जगह गए हम लोग, और एक जगह मैं जाती हूँ जहाँ पहले से ही थोड़ा जाती थी, एक NGO है छोटी सी आशा, जहाँ लीज़ा जी हैं ऑनर उनकी, तो वो भी पहचान के थे, तो मैंने बोला मैं आपके यहाँ आ सकती हूँ। उससे पहले भी मैं 1-2 बार गई थी उनके यहाँ, तो उनको उनकी जो वहाँ पर वो जो लेडीज़ काम करती हैं उनको मैंने कुकिंग वगैरह सिखाई, तो उससे उनको इतना फ़ायदा हुआ कि उन्होंने अपना आउटडोर कैटरिंग करना चालू कर दी, और कुछ उनको अर्निंग में काफ़ी फ़ायदा हो गया अपनी फैमिलीज़ को संभालने के लिए। तो मेरे को बहुत अच्छा लगा कि ये सब काफ़ी मतलब हेल्पफुल है, तो मैं इस काम को आगे बढ़ाऊँ, और मैं आजकल वो कर रही हूँ। इसके अलावा मैंने देखा जैसे रेत के ढेर में कुछ गिर जाए रेगिस्तान में, तो ढेरों रेत उसके ऊपर आ जाती है, तो नीचे क्या दबा है आपको कुछ नज़र नहीं आता। ऐसे ही हम लोगों के अंदर भी कुछ है जो हमें ग्रे शेड ने सिखाया कि अपने अंदर भी कुछ देखिए, और वो मैंने किया। तो मैंने देखा कि मेरे को तो काफ़ी चीज़ें आती हैं,
और मैंने काफ़ी गोल्स भी बनाए हैं, जिसमें मैंने एक बनाया था कि मैंने म्यूज़िक में, मेरे को बहुत पसंद है म्यूज़िक, तो मैं अपनी रिकॉर्डिंग वगैरह ज़रूर करूँगी। और उसके अलावा मैंने 46 ईयर्स के बाद शादी के अपने आप को देखा कि मैं कोई चीज़ें करती थी जो कर सकती हूँ। तो मैंने परसों ही एक डॉल बनाई और वो मैं आपको दिखाना चाहूँगी, और मैं उसमें सक्सेसफुल हो गई। और मेरे को लगा कि मैं ये भी सबको आगे लोगों को सिखा सकती हूँ। तो मैंने वो आज लाई थी, तो इंद्रप्रीत ने कहा कि आप प्लीज़ ज़रूर दिखाइएगा। तो इस तरह ग्रे शेड ने इतनी हेल्प करी मेरे को कि मैं कभी किचन और घर के बाहर सोच नहीं सकती, लेकिन आज मैं इंडिपेंडेंट हूँ, बाहर जाती हूँ, हस्बैंड के बगैर कहीं भी जाना है, किसी मीटिंग में जाना है, कुछ काम करना है, किसी को सिखाने के लिए जाना है, तो मैं अपने आप से चली जाती हूँ। अब मेरे में वो नहीं रहा, और बहुत अपने आप में चेंजेस आए हैं, लोगों में खुश रहना सबके साथ, और खूब इंजॉय करना, ये सब मैं कर रही हूँ आजकल। थैंक यू। Retired as office superintendent and retired as office superintendent from engineering office Chandigarh. So in 2019 I took voluntary retirement due to my health issues. थोड़ा हेल्थ मेरी अच्छी नहीं रहती थी, तो मैंने सोचा चलो एक हेल्थ भी ठीक रहेगी और एक रिलैक्सिंग टाइम भी हो जाएगा। तो सोचा था मैंने कि मैं कुछ करूँगी। और आफ्टर मतलब इन 2020 फर्स्ट कोविड एंड देन माय हेल्थ इश्यूज, सिवियर हेल्थ इश्यूज आ गए थे ड्यू टू कैंसर। उसका ट्रीटमेंट कहाँ मैंने सोचा था मैं कुछ खड़ी होंगी, कुछ करूँगी, कुछ सोसाइटी के लिए कुछ करूँगी, कुछ फैमिली के लिए करूँगी, और कहाँ मैं डिपेंडेंट होगी। दैट वाज अ मेजर शॉक फॉर मी, और मैं इस करके मैं थोड़ा डिप्रेशन में भी चली गई। पर मैं अपने आप को बहुत कंट्रोल कर रही थी कि कभी मैंने गार्डन में चले जाना किसी के हेल्प के साथ, कभी टीवीज़ देखना, कभी म्यूज़िक सुनना, कभी मोटिवेशनल स्पीकर्स को सुनना। जो मुझे नहीं पता था कितने मोटिवेशनल स्पीकर है, सारे मुझे पता है, और सब पॉजिटिव चीज़ें देखनी ताकि मैं अब मेरा माइंड पॉजिटिव रहे। फिर वन डे मेरे एक नेबर फ्रेंड है, उन्होंने बोला, उन्होंने कुछ फेसबुक पे देखा अबाउट ग्रे शेड्स एंड शी सेड कि चलो हम जाके देखते हैं व्हाट इज़ इट अबाउट। मैंने कहा चलते हैं, बट मैं तो सर्च कर रही थी कि कहीं मैं टाइम पास करूँ। टाइम तो पास हो रहा था, पर मेरी लाइफ में बोर्डम आ गई थी। वही उठना, खाना, टीवी देखना, थोड़ा गार्डन देखना और सो जाना। माई फैमिली वॉज टेकिंग केयर ऑफ मी, पर मेरी बोर्डम नहीं ख़त्म हो रही थी, क्योंकि मैंने रिटायरमेंट के बाद सोचा था मैंने कुछ करना है। क्योंकि सबका यही क्वेश्चन होता है, रिटायर्ड तो हो गए, मेन चीज़ होता है कि वर्किंग लेडी के लिए अब क्या करें। तो फिर मैंने सोच लिया था कि मैं जाकर देखती हूँ। शी असिस्टेड मी एंड टुक मी कम्युनिटी सेंटर सेक्टर 18। फर्स्ट डे जब मैं गई तो आई वॉज विद हर, शी हेल्प मी टू क्लाइंब द स्टेयर्स। तो बहुत वीकनेस थी मेरे। फर्स्ट डे वहाँ रुकी, और पर मैंने वहाँ देखा बहुत ही पॉजिटिव वाइब्स थी, दे वर वेरी फ्रेंडली, और इन्वायरमेंट मुझे बहुत अच्छा लगा वहाँ का। मुझे लगा नहीं, यहाँ रुक सकते हैं, यहाँ मैं ट्राई दे सकती हूँ। एंड सेकेंड डे, थर्ड डे, एंड आई जॉइन ग्रे शेड। सो आई एम हियर continued this 100 days course। तो मैंने बहुत कुछ सीखा ग्रेट शेड्स में। मतलब एक तो माइंड मेरा क्रिएटिव हो गया। जब रिटायर हो जाते हैं तो बंदे का माइंड जो बड़ा इनएक्टिव हो जाता है, तो एक्टिव हो गया। क्रिएटिविटी है यहाँ पर, सब लोग एक दूसरे को, मैंने यहाँ देखा किसी को जज कोई नहीं करता। यू कैन पुट योर पॉइंट्स विदाउट फेयर। जो भी आपने पूछना है, जो भी करना है, आप कर सकते हो, और आपका एक एक स्टेटमेंट वेलकम किया जाता है। दैट इज़ द मेन थिंग अबाउट ग्रे शेड्स। और यहाँ पे कोई पीछे नहीं है, कोई आगे नहीं है, सब मिलके करते हैं। अगर किसी ने किसी को एक्टिविटी दी है, अगर उसने कर ली, अदर्स विल वेट फॉर दैट पर्सन, चाहे 10 मिनट हो, चाहे 15, दैट इज़ वेरी गुड। कोई पीछे नहीं है, सब साथ में चलते हैं। तो ये मैंने यहाँ पर बहुत सीखा। और फिर मेरे लिए तो एक ट्रेनिंग सेंटर की तरह था, जहाँ मेरा माइंड एक्टिव रहता है। और मैं तो सबके लिए यही कहती हूँ कि अगर जो आप हैं उसको बेटर बना देता है। जो आपकी कुछ इच्छाएं थी, जो आपकी डिज़ायर थी, जो आप नहीं कर पाए, कोई चाहता है कि पेंटिंग कर ले, कोई चाहता ड्राइंग करे, कोई सर्व करे कम्युनिटी को,
तो आप यू कैन कैरी ऑन विद दैट, क्योंकि ये इन्होंने हमसे लाइफ गोल्स बनवाए थे और दैट वॉज अ पीस ऑफ पेपर जो हमने बनवाए थे, और वो रियलिटी में आ रहा है होली होली, क्योंकि हम उसको अब फॉलो कर रहे हैं। तो अब मैं कम्युनिटी को भी सर्व कर रही हूँ, मैं लोगों को सर्व कर रही हूँ। कुछ बच्चे आते हैं आज शाम को मेरे पास, उनको मैं टीच करती हूँ, उनको गाइड करती हूँ। और मेरा पास में ही हमारा मधुपुरा विलेज है, मैं वहाँ जाती हूँ, बच्चों के साथ इंटरेक्ट करती हूँ, और जो उनकी इच्छाएं होती हैं, डांस करना है, गाना गाना है, मैं सब सुनती हूँ। सो दे आर ऑल्सो टेकिंग इंटरेस्ट कि चलो कोई सुनने वाला है, कोई उनकी जो एक्टिविटी है, क्रिएटिविटी है, उनको कोई तो अप्रिशिएट कर रहा है। सो आई रियली थैंक्स ग्रे शेड्स for everything they are doing for senior citizens. So thank you so much, Gracious. ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਡਾਕਟਰ ਦਵਿੰਦਰਪਾਲ ਸਿੰਘ ਹੈ ਜੀ। ਮੈਂ MSc ਆਨਰਸ ਕੀਤੀ ਹੈ ਕੈਮਿਸਟਰੀ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਤੋਂ, MPhil ਦੈਨ PhD। ਉਸ ਤੋਂ ਬਾਅਦ ਮੈਂ ਅਰਾਊਂਡ 30 ਇਅਰਸ ਦੀ ਸਰਵਿਸ ਦਿੱਤੀ ਹੈ ਪੰਜਾਬ ਗਵਰਨਮੈਂਟ ਨੂੰ ਐਜ਼ ਏ ਅਸਿਸਟੈਂਟ ਡਾਇਰੈਕਟਰ ਫੋਰੈਂਸਿਕ ਡਿਪਾਰਟਮੈਂਟ ਪੰਜਾਬ। ਤੇ ਮੇਰੀ ਰਿਟਾਇਰਮੈਂਟ ਅਰਾਊਂਡ 3 ਸਾਲ ਪਹਿਲਾਂ ਰਿਟਾਇਰਮੈਂਟ ਮੈਂ ਹੋ ਗਿਆ ਸੀਗਾ ਜੀ। ਉਸ ਤੋਂ ਬਾਅਦ ਕੋਵਿਡ ਆ ਗਿਆ। ਕੋਵਿਡ ਨੇ ਮੈਂ ਐਕਚੁਅਲੀ ਉਸ ਤੋਂ ਰਿਟਾਇਰਮੈਂਟ ਤੋਂ ਬਾਅਦ ਵੀ ਚੰਡੀਗੜ੍ਹ ਗਵਰਨਮੈਂਟ ਨੇ ਮੈਨੂੰ ਕੁਝ ਸਕੂਲਾਂ ਦੇ ਵਿੱਚ ਮੈਂ ਮੋਟੀਵੇਸ਼ਨਲ ਲੈਕਚਰ ਦਿੰਦਾ ਸੀ, ਬਟ ਉਹ ਕੋਵਿਡ ਨੇ ਸਾਰਾ ਕੁਝ ਖਤਮ ਕਰ ਦਿੱਤਾ। ਉਸ ਤੋਂ ਬਾਅਦ ਕੁਝ ਘਰ ਹੀ ਬਹਿਣਾ ਪੈ ਗਿਆ। ਮੈਂ ਘਰ ਬਹਿਣ ਵਾਲਾ ਹੈ ਨਹੀਂ, ਕਿਉਂਕਿ ਮੈਂ ਇੰਟਰਨੈਸ਼ਨਲ ਲੈਵਲ 'ਤੇ ਕਈ ਇੱਧਰ ਉੱਧਰ ਘੁੰਮਦਾ ਰਹਿੰਦਾ ਸੀਗਾ ਐਜ਼ ਏ ਕਾਈਟ ਫਲਾਇਰ, ਇੰਟਰਨੈਸ਼ਨਲ ਕਾਈਟ ਫਲਾਇਰ। ਪਰ ਜਦੋਂ ਕੋਵਿਡ ਆ ਗਿਆ ਤਾਂ ਸਾਰੇ ਸਿਸਟਮ ਸਾਰੇ ਠੱਪ ਹੋ ਗਏ। ਫਿਰ ਲਾਈਫ ਕਾਫੀ ਸਟੈਂਡ ਸਟਿਲ ਦੀ ਹੋ ਗਈ। ਫਿਰ ਮੈਨੂੰ WhatsApp 'ਤੇ ਗ੍ਰੇ ਸ਼ੇਡ ਦਾ ਇੱਕ ਐਡ ਦਿਖੀ ਮੈਨੂੰ। ਮੈਂ ਉਹ ਐਡ ਦੇਖ ਕੇ ਉੱਥੇ ਮੈਂ ਅਪਲਾਈ ਕਰ ਦਿੱਤਾ। ਤੇ ਮੈਂ ਉਸ ਤੋਂ ਬਾਅਦ ਆਈ ਜੁਆਇਨ ਅਰਾਊਂਡ 6 months ago। ਤੇ ਉਹਦੇ ਵਿੱਚ ਜਿਹੜੀਆਂ ਐਕਟੀਵਿਟੀਜ਼ ਸੀਗੀਆਂ ਮੈਂ ਜੋ ਬਚਪਨ ਦੇ ਵਿੱਚ ਖੇਡਦਾ ਹੁੰਦਾ ਸੀ, ਉਹ ਸਾਰੀਆਂ ਮੈਨੂੰ ਰਿਵਾਈਵ ਹੋ ਗਈਆਂ। ਜਿਸ ਤਰ੍ਹਾਂ ਖੋ ਖੋ ਹੈਗਾ, ਚਿੜੀ ਉੱਡ ਕਾਊਂਟ ਅਸੀਂ ਖੇਡਦੇ ਰਹੇ ਉੱਥੇ, ਪੇਂਟਿੰਗਸ ਕੀਤੀਆਂ, ਤੇ ਸਪੋਰਟਸ ਡੇ ਬਣਾਏ ਗਏ। 3-4 ਦਿਨ ਸਪੋਰਟਸ ਡੇ ਅਸੀਂ ਮਨਾਏ। ਫਿਰ ਉਹ ਰੇਸਾਂ ਖੇਡੀਆਂ, ਜਿਵੇਂ ਚਮਚ ਦੇ ਵਿੱਚ ਨਿੰਬੂ ਪਾ ਕੇ ਅਸੀਂ ਗੇਮਾਂ ਖੇਡੀਆਂ। ਤਾਂ ਮੈਂ ਯਾਨੀ ਕਿ ਜੇ ਅਸੀਂ ਆਪਣਾ ਬਚਪਨ ਯਾਦ ਰੱਖੀਏ ਤਾਂ ਅਸੀਂ ਬੜੇ ਖੁਸ਼ ਰਹਿ ਸਕਦੇ ਹਾਂ। ਕਦੀ ਆਪਣੇ ਨੂੰ ਬਚਪਨ ਨੂੰ ਭੁੱਲਣਾ ਨਹੀਂ ਹੈ ਕਿਸੇ ਨੇ ਵੀ। ਜੇ ਤੁਸੀਂ ਬਚਪਨ ਨੂੰ ਭੁੱਲ ਗਏ ਨਾ, ਫਿਰ ਦੈਟ ਮੀਨ ਤੁਸੀਂ ਜ਼ਿੰਦਗੀ ਵਿੱਚ ਕਾਫੀ ਇੱਕ ਖੁਸ਼ ਨਹੀਂ ਰਹਿ ਰਹੇ। ਤੇ ਖੁਸ਼ ਰਹਿਣਾ ਤਾਂ ਬਚਪਨ ਨੂੰ ਵਾਪਸ ਲਿਆਓ। ਤੇ ਗ੍ਰੇ ਸ਼ੇਡ ਵਿੱਚ ਅਸੀਂ ਆ ਕੇ ਬਚਪਨ ਨੂੰ ਸਾਰਾ ਰਿਵਾਈਵ ਕੀਤਾ। ਰੋਜ਼ ਅਸੀਂ ਡਾਂਸ ਕਰਦੇ ਸੀ ਸਾਰੇ, ਆਪਣੇ ਜਿਹੜੇ ਆਪਣਾ ਕੈਂਡੀਡੇਟ ਸੀਗੇ। ਕਿਸੇ ਨੇ ਡਾਂਸ ਆਉਂਦਾ ਨਹੀਂ ਆਉਂਦਾ, ਉਹਨੇ ਖੁੱਲ੍ਹ ਕੇ ਡਾਂਸ ਕਰਨਾ, ਪੇਂਟਿੰਗ ਕਰਨੀ ਹੈ, ਕੋਈ ਹੋਰ ਕ੍ਰੀਏਟੀਵਿਟੀ ਕਰਨੀ ਹੈ। ਅਸੀਂ ਖੁੱਲ੍ਹ ਕੇ ਸਭ ਕੁਝ ਕਰਦੇ ਰਹੇ। ਤੇ ਇਹ ਸਾਨੂੰ ਜਿਹੜੇ 100 ਦਿਨ ਸੀ ਪਤਾ ਹੀ ਨਹੀਂ ਲੱਗੇ 100 ਦਿਨ ਕਿੱਥੇ ਚਲੇ ਗਏ। ਅਸੀਂ ਕਿਹਾ ਵੀ ਇਹ ਤਾਂ ਅਸੀਂ ਗੱਲ ਕੱਲ੍ਹ ਸ਼ੁਰੂ ਕੀਤਾ ਹੈ ਤੇ ਇਹ ਤਾਂ ਮਤਲਬ ਬੜੀ ਜਲਦੀ ਖਤਮ ਹੋ ਗਏ। ਫਿਰ ਅਸੀਂ ਆਪਣਾ ਕੁਝ ਹੋਰ ਐਕਟੀਵਿਟੀਆਂ ਕੀਤੀਆਂ। ਉਸ ਤੋਂ ਬਾਅਦ 10 ਡੇਜ਼ ਅਸੀਂ ਕੋਰਸਿਸ, ਅਸੀਂ ਕਮਿਊਨਿਟੀ ਸਰਵਿਸ ਕੀਤੀ ਹੈ। ਕਈ ਸਕੂਲਾਂ 'ਚ ਅਸੀਂ ਗਏ। ਬੱਚਿਆਂ ਨੂੰ ਪੜ੍ਹਾਈ ਤੋਂ ਇਲਾਵਾ ਉਹ ਬੱਚੇ ਕਿਸ ਤਰ੍ਹਾਂ ਖੁਸ਼ ਰਹਿ ਸਕਦੇ ਆ, ਉਹਨਾਂ ਨੇ ਡਾਂਸ ਕੀਤਾ, ਉਹਨਾਂ ਨਾਲ ਸਪੋਰਟਸ ਖੇਡੀਆਂ। ਤੇ ਕੁਛ ਮੈਂ ਬੱਚਿਆਂ ਨੂੰ ਕਾਈਟਸ ਫ੍ਰੀ ਵੰਡੀਆਂ, ਬੱਚੇ ਬੜੇ ਖੁਸ਼ ਹੋਏ। ਤੇ ਤੁਸੀਂ ਉਹ ਕੰਮ ਕਰੋ ਜਿਸ ਨਾਲ ਤੁਸੀਂ ਸੋਸਾਇਟੀ ਨੂੰ ਖੁਸ਼ ਕਰ ਸਕਦੇ ਹੋ। ਸਪੈਸ਼ਲੀ ਜਿਹੜੀ ਆਪਣਾ ਯੰਗ ਜਨਰੇਸ਼ਨ ਹੈ ਜਾਂ ਬੱਚੇ ਹੈ, ਬੱਚੇ ਜਿੰਨੇ ਖੁਸ਼ ਹੋਣਗੇ ਉਹ ਆਉਣ ਵਾਲਾ ਫਿਊਚਰ ਤੁਹਾਡਾ ਖੁਸ਼ ਰਹੇਗਾ। ਤੇ ਇਸ ਕਰਕੇ ਸਾਨੂੰ ਆਪਣਾ ਇੰਦਰਪ੍ਰੀਤ ਨੇ ਸਾਨੂੰ ਬਹੁਤ ਕੁਝ ਸਿਖਾਇਆ। ਜਿਹੜੇ ਵੀ ਆਪਣਾ ਮੋਟੀਵੇਸ਼ਨ ਜਿਹੜੇ ਲੈਕਚਰ ਹੁੰਦੇ ਸੀਗੇ, ਉਹ ਮਤਲਬ ਇੱਕ ਦਿਲ ਨੂੰ ਛੂਹਣ ਵਾਲੇ ਲੈਕਚਰ ਹੁੰਦੇ ਸੀਗੇ, ਜਿਹੜੇ ਕਿ ਅਸੀਂ ਮਤਲਬ ਸੋਚਦੇ ਸੀ ਕਿ ਅਸੀਂ ਭੁੱਲ ਚੁੱਕੇ ਹਾਂ। ਉਹ ਸਾਨੂੰ ਸਾਰੇ ਦੇ ਸਾਰੇ ਯਾਦ ਆ ਗਏ। ਹੁਣ ਅਸੀਂ ਮੈਂ ਕਹਿ ਨਹੀਂ ਸਕਦਾ ਕਿ ਮੈਂ ਰਿਟਾਇਰ ਹੋਇਆ, ਮੈਂ ਲੱਗਦਾ ਕਿ ਮੈਂ ਅੱਜ ਵੀ ਸਰਵਿਸ ਕਰ ਰਿਹਾ। ਜੇ ਤੁਸੀਂ ਆਪਣੇ ਆਪ ਨੂੰ ਰਿਟਾਇਰ ਸਮਝਣ ਲੱਗ ਜਾਓਗੇ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਇੱਕ ਬੁੱਝਿਆ ਹੋਇਆ ਮਹਿਸੂਸ ਕਰੋਗੇ। ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਵੀ ਇਹ ਜਿਹੜੇ ਗ੍ਰੇ ਸ਼ੇਡ ਵਾਲੇ ਆ, ਜੋ ਵੀ ਐਕਟੀਵਿਟੀਜ਼ ਕਰਵਾ ਰਹੇ ਹੈ, ਇਹ ਵਰਥ ਮੈਂਸ਼ਨਿੰਗ ਹੈ। ਤੇ ਸਾਰੇ ਇਹਦੇ ਨਾਲ ਜਿੰਨੇ ਵੀ ਆਪਣਾ ਮੇਰੇ ਫੈਲੋਜ਼ ਸੀਗੇ, ਉਹਨਾਂ ਦੇ ਵਿੱਚ ਕੋਈ ਨਾ ਕੋਈ ਖੂਬੀ ਹੈਗੀ ਹੈ, ਬਟ ਖੂਬੀ ਤੁਸੀਂ ਬਾਹਰ ਲਿਆਓ। ਅਸੀਂ ਜ਼ਿੰਦਗੀ ਵਿੱਚ ਹਰ ਇੱਕ ਬੰਦੇ ਦਾ ਥੈਂਕਸ ਕਰੀਏ। ਹੁਣ ਮੈਂ ਆਪਣੇ ਇੱਕ ਪਾਲਿਸੀ ਬਣਾਈ ਹੈ, ਜਦੋਂ ਵੀ ਮੈਂ ਡਰਾਈਵ ਕਰਦਾ ਤੇ ਜੇ ਮੇਰੇ ਅੱਗੋਂ ਕੋਈ ਬੱਚਾ ਜਾਂ ਕੋਲ ਜਾਂਦਾ, ਮੈਂ ਜਾਣ ਕੇ ਆਪਣੀ ਵਾਹੀਕਲ ਹੋਲੀ ਕਰ ਲੈਣਾ ਤਾਂ ਕਿ ਉਹ ਪਹਿਲਾਂ ਲੰਘੇ। ਉਹ ਮੇਰੇ 'ਤੇ ਥੋੜ੍ਹੀ ਜਿਹੀ ਸਮਾਈਲ ਪਾਸ ਕਰਦਾ, ਮੈਂ ਵੀ ਸਮਾਈਲ ਪਾਸ ਕਰਦਾ। ਟੂ ਟਰਾਈ ਟੂ ਗਿਵ ਸਮਾਈਲਸ ਟੂ ਅਦਰਸ।
ਤੇ ਤੁਸੀਂ ਜ਼ਿੰਦਗੀ ਦੇ ਵਿੱਚ ਕਈ ਆਪਣੇ ਜਿਹੜੇ ਨਾ ਤੁਸੀਂ ਆਪਣੇ ਜਿਹੜੇ ਮਨ ਮਟਾਵ ਫੈਮਿਲੀ ਵਿੱਚ ਵੀ ਇਹ ਦੂਰ ਕਰ ਸਕਦੇ ਹੋ, ਤੁਸੀਂ ਸਮਾਈਲ ਪਾਸ ਕਰਦੇ ਹੋ। ਸਮਾਈਲ ਕਿਹੋ ਜਿਹੀ ਚੀਜ਼ ਹੈ ਜਿਹੜੀ ਤੁਹਾਨੂੰ ਇੱਕ ਖੁਸ਼ੀ ਦਾ ਪ੍ਰਦਾਨ ਕਰਦਾ ਹੀ ਹੈ, ਤੁਹਾਡੀ ਸੁਸਾਇਟੀ ਨੂੰ ਇੱਕ ਬਹੁਤ ਖੁਸ਼ਹਾਲ ਲੈਵਲ ਤੇ ਲੈ ਜਾਂਦਾ ਹੈ। ਤੁਸੀਂ ਫੈਮਿਲੀ ਵਿੱਚ ਜ਼ਰੂਰ ਆਪਣੇ ਬੱਚਿਆਂ ਨੂੰ, ਆਪਣੇ ਜਿਹੜੇ ਗ੍ਰੈਂਡ ਚਿਲਡਰਨ ਜੋ ਹੈ, ਹਰ ਗੱਲ ਸਮਾਈਲ ਨਾਲ ਕਰੋ। ਦੇਖੋ ਤੁਸੀਂ ਕਿੰਨੀ ਵੱਡੀ ਚੇਂਜ ਆਉਂਦੀ ਹੈ। ਤੇ ਇਸ ਕਰਕੇ ਮੈਂ ਤਾਂ ਇਸ ਸੁਸਾਇਟੀ ਨੂੰ ਕਹਿਣਾ ਚਾਹੁੰਦਾ, ਬਚਪਨ ਕਦੀ ਨਹੀਂ ਆਪਣਾ ਛੱਡਣਾ, ਜੋ ਤੁਹਾਡੇ ਮਨ ਚ ਆਇਆ ਕਰੋ। ਦੇਖੋ ਤੁਸੀਂ ਇਸ ਸਟੇਜ ਤੇ ਸਾਰੇ ਅਸੀਂ ਹੈਗੇ ਆ ਜਿਹੜੇ ਕਿ ਇਸ ਵੇਲੇ ਕੋਈ ਟੈਨਸ਼ਨ ਨਹੀਂ ਹੋਣੀ ਚਾਹੀਦੀ ਕਿਸੇ ਕਿਸਮ ਦੇ ਉਹਨਾਂ ਨੂੰ, ਕਿਉਂਕਿ ਅਸੀਂ ਟੈਨਸ਼ਨਾਂ ਭੁੱਲ ਕੇ ਜੋ ਤੁਸੀਂ ਇੱਕ ਐਕਟੀਵਿਟੀ ਕ੍ਰੀਏਟੀਵਿਟੀ ਕਰਨੀ ਹੈ ਕਰੋ, ਤੁਹਾਨੂੰ ਬੜਾ ਮਨ ਲੱਗੇਗਾ ਤੁਹਾਡਾ, ਤੁਹਾਡੀ ਸੁਸਾਇਟੀ ਨੂੰ ਇਹਦੇ ਵਿੱਚ ਤੁਸੀਂ ਯੋਗਦਾਨ ਪ੍ਰਦਾਨ ਕਰ ਸਕੋ। ਕਿਉਂਕਿ ਜ਼ਿੰਦਗੀ ਵਿੱਚ ਸੁਸਾਇਟੀ ਨੂੰ ਕੁਝ ਦੇ ਕੇ ਜਾਓ, ਹਰ ਵੇਲੇ ਹਰ ਦਾ ਪਰਮਾਤਮਾ ਦਾ ਥੈਂਕਸ ਕਰੋ। ਤੁਹਾਨੂੰ ਅੱਖਾਂ ਦਿੱਤੀਆਂ, ਸੁਣਨ ਨੂੰ ਕੰਨ ਦਿੱਤੀ ਹੈ, ਤੁਹਾਨੂੰ ਰੋਟੀ ਰੋਜ਼ੀ ਦੇ ਰਿਹਾ ਹੈ, ਤੇ ਨੇਚਰ ਕਿੰਨੀ, ਹਰ ਨੇਚਰ ਦਾ ਥੈਂਕਸ ਕਰੋ, ਹਰ ਵੇਲੇ ਕੁਦਰਤ ਨੂੰ ਥੈਂਕਸ ਕਰੋ। ਤੁਸੀਂ ਆਪਣਾ ਦੇਖੋ ਤੁਹਾਡੇ ਤੁਸੀਂ ਕਿੰਨੀਆਂ ਉਚਾਈਆਂ ਤੋਂ ਛੂ ਸਕਦੇ ਹੋ। ਥੈਂਕਸ ਟੂ ਗ੍ਰੇ ਸ਼ੇਡ ਐਂਡ ਟੂ ਆਲ ਅਦਰ ਫੈਲੋਜ਼ ਜਿਨ੍ਹਾਂ ਨੇ ਸਾਡੀ ਜ਼ਿੰਦਗੀ ਦੇ ਵਿੱਚ ਦੁਆਰਾ ਖੁਸ਼ੀ ਲਿਆਂਦੀ ਹੈ ਅਤੇ ਸਾਡੇ ਚਾਰ ਚੰਨ ਲਗਾਏ ਹੈ। ਥੈਂਕਸ ਐਵਰੀਬਾਡੀ, ਥੈਂਕਸ। ਐਂ ਲੱਗਿਆ ਜਿਵੇਂ ਲਾਈਫ ਸਟੈਂਡ ਸਟਿਲ ਹੋ ਗਈ। ਇੱਕ ਰੂਟੀਨ ਸੀ, ਸਵੇਰੇ ਉੱਠਣਾ, ਜਾਣਾ ਦਫ਼ਤਰ, ਸ਼ਾਮ ਨੂੰ ਆਉਣਾ, ਸੈਰ 'ਤੇ ਜਾਣਾ, ਬੱਚੇ ਪੜ੍ਹਾਉਣੇ, ਸਭ ਕੁਝ ਕਰਨਾ। ਹੁਣ ਬੱਚੇ ਵੱਡੇ ਹੋ ਗਏ, ਕਿਹਨੂੰ ਪੜ੍ਹਾਈਏ? ਫਿਰ ਜੋ ਰੂਟੀਨ ਟੁੱਟ ਜਾਂਦੀ ਹੈ, ਕੁਛ ਆਦਮੀ ਵੀ ਆਪਣੇ ਆਪ ਨੂੰ ਬੈਕਵਰਡ ਜਿਹਾ ਫੀਲ ਕਰਦਾ ਵੀ ਕੀ ਹੈ, ਵੀ ਸਾਨੂੰ ਕੋਈ ਮਤਲਬ ਹੈ ਨਹੀਂ। ਫਿਰ ਐਂਟਰਟੇਨਮੈਂਟ ਲਈ ਕਾਫੀ ਕੁਛ ਲੱਭਿਆ, ਕਦੀ ਤਾਸ਼ ਖੇਡ, ਇਹ ਕਰ ਉਹ ਕਰ, ਬਟ ਲਾਈਫ ਨਹੀਂ। ਅਲਟੀਮੇਟਲੀ ਗ੍ਰੇਟ ਸ਼ੇਡ ਦਾ ਪਤਾ ਲੱਗਿਆ, ਇੱਥੇ ਆ ਕੇ ਜੁਆਇਨ ਕੀਤਾ। ਇੱਥੇ ਕੀ ਕੀ ਐਕਟੀਵਿਟੀਜ਼ ਹੋਈਆਂ ਉਹ ਤਾਂ ਤੁਹਾਨੂੰ ਸਾਥੀਆਂ ਨੇ ਦੱਸ ਹੀ ਦਿੱਤਾ। ਲੇਕਿਨ ਮੈਂ ਜੋ ਦੱਸਣਾ ਚਾਹੁੰਦਾ ਵੀ ਸਾਡੀ ਜਿਹੜੀ ਲਾਈਫ ਸਟੈਂਡ ਸਟਿਲ ਹੋ ਗਈ ਸੀ ਨਾ, ਇੱਕ ਰਸਤਾ ਜਿਹੜਾ ਬਲੌਕ ਹੋ ਗਿਆ ਸੀ, ਉਹ ਰਸਤਾ ਫਿਰ ਇੱਥੇ ਆ ਕੇ ਖੁੱਲ੍ਹਿਆ। ਸਾਨੂੰ ਜੀਵਨ ਦੀ ਰਾਹ 'ਤੇ ਚਲਾਉਣਾ ਸਿਖਾਇਆ ਇਹਨਾਂ ਨੇ ਦੁਬਾਰਾ ਤੋਂ। ਇਹ ਛੋਟੇ ਛੋਟੇ ਮੁੰਡੇ ਕੁੜੀਆਂ ਨੇ ਜਿਹੜੇ ਉੱਥੇ, ਉਹ ਸਾਨੂੰ ਲੈਕਚਰ ਦੇਣ ਵੀ ਆਉਂਦੇ ਨੇ। ਕੋਈ ਸਾਨੂੰ ਉੱਥੇ ਆ ਕੇ ਸੰਗੀਤ ਸਿਖਾਉਂਦਾ, ਕੋਈ ਸਟੋਰੀ ਰਾਈਟਿੰਗ ਕਰਨੀ ਸਿਖਾਉਂਦਾ, ਕੋਈ ਨਚਾਉਂਦਾ ਟਪਾਉਂਦਾ, ਕੋਈ ਬਲੂਨਾਂ ਨਾਲ ਖਿਡਾਉਂਦਾ। ਇਹ ਛੋਟੇ ਛੋਟੇ ਬੱਚਿਆਂ ਨੇ, ਮਤਲਬ ਸਾਡੇ ਤੋਂ ਬੱਚਿਆਂ ਤੋਂ ਵੀ ਛੋਟੇ ਨੇ ਜਿੰਨੇ ਸਾਡੇ ਆਪਣੇ ਕਿਡਸ ਨੇ। ਦੇ ਹੈਵ ਟੌਟ ਅਸ ਸੋ ਮਚ ਕਿ ਹੁਣ ਤੁਹਾਨੂੰ ਬਾਕੀ ਸਾਰਾ ਕੁਝ ਤਾਂ ਦੱਸਿਆ ਹੀ ਇਹਨਾਂ ਨੇ। ਮੈਂ ਤਾਂ ਇਹੀ ਕਹਾਂਗਾ ਕਿ ਬਈ ਇਸ ਉਮਰ ਵਿੱਚ ਆ ਕੇ ਜਿਹੜੀ ਸਾਡੀ ਲਾਈਫ ਸਟੈਂਡ ਸਟਿਲ ਹੋ ਗਈ ਸੀ, ਉਹਨੂੰ ਚਲਾ ਦਿੱਤਾ। ਅਤੇ ਇੰਦਰਪ੍ਰੀਤ ਦੇ ਬਾਰੇ ਤਾਂ ਫਿਰ ਸਾਰਿਆਂ ਨੇ ਇੰਨੀ ਤਾਰੀਫ ਕੀਤੀ ਹੈ, लेकिन इंद्रप्रीत के बारे एक गल कहांगा भी कोई गाना आंदा, एक बंजारा गाए जीवन के गीत सुनाए, हम सब बुढ़े लोगों को फिर से जीना सिखलाए। थैंक यू सर, थैंक यू सर। Thank you. So he asked me what your age. तो मैंने कहा my age is 16/4+1. हर एक फेज को 17 से शुरू करते हैं, that is the life. तो it is a matter of now. तो यहाँ तक मैं अभी इंट्रोड्यूस करूँगा जो मेरे इस बार ग्रेशियस फेलो। तैयार रहना चाहिए है क्योंकि हर घड़ी ਨੂੰ ਜ਼ਿੰਦਗੀ ਦੇ ਵਿੱਚ ਕੁਝ ਨਵਾਂ ਸੰਦੇਸ਼ਾ ਦੇ ਕੇ ਜਾਂਦੀ ਹੈ। ਉਹ ਤੁਹਾਡੇ ਲਈ ਸੰਦੇਸ਼ਾ ਸੌਖਾ ਵੀ ਹੋ ਸਕਦਾ ਹੈ, ਔਖਾ ਵੀ ਹੋ ਸਕਦਾ ਹੈ, ਪਰ ਨਿਕਲ ਉਹੀ ਪਾਉਂਦਾ ਹੈ ਜਿਹੜਾ ਆਪਣਾ ਪੋਜ਼ਿਟਿਵਿਟੀ ਵਿੱਚ ਰਹਿੰਦਾ। ਠੀਕ ਹੈ ਜੀ, ਤਾਂ ਇਸੇ ਤਰ੍ਹਾਂ ਅੱਗੇ ਹੁਣ ਸਭ ਦੱਸੋ ਜੀ ਅੱਗੇ ਕੌਣ ਆਪਣਾ ਬੋਲੇਗਾ? डॉक्टर दविंदर सिंह जी, ही इज ए नोन एक्सपर्ट इन फोरेंसिक साइंसेस। उसके अलावा इन्होंने इंटरनेशनल लेवल पे ऑनर्स लिए, कैसे लिए